ਲਓ ਜੀ ਦੋਸਤੋ, ਅੱਜ ਅਸੀਂ ਨਾਵਲ ਅਕਾਲ ਸਹਾਇ ਦਾ ਅਗਲਾ ਅਧਿਆਇ ਸ਼ੁਰੂ ਕਰ ਰਹੇ ਹਾਂ। ਲਾਹੌਰੋਂ ਆਉਂਦਾ ਰਾਹ। ਜੰਮੂ ਸ਼ਹਿਰ ਨੂੰ ਕਈ ਪਾਸੇ ਤੋਂ ਰਾਹ ਆਉਂਦੇ ਹਨ, ਕਸ਼ਮੀਰ ਤੋਂ, ਪਠਾਨਕੋਟ ਤੋਂ ਆਦਿ। ਇੱਕ ਰਾਹ ਲਾਹੌਰ ਤੋਂ ਵੀ ਆਉਂਦਾ ਹੈ। ਜੰਮੂ ਬਹੁਤ ਪੁਰਾਣਾ ਸ਼ਹਿਰ ਹੈ, ਸਦੀਆਂ ਪੁਰਾਣਾ। ਇੱਥੇ ਪੁਰਾਣੀਆਂ ਇਮਾਰਤਾਂ ਹਨ, ਪੁਰਾਣੇ ਮੰਦਰ। ਕਸ਼ਮੀਰ ਇੱਥੋਂ ਹੀ ਸ਼ੁਰੂ ਹੁੰਦਾ ਹੈ। ਬਰਫ਼ਾਂ ਨਾਲ ਲੱਦੇ ਪਹਾੜਾਂ ਦਾ ਨਜ਼ਾਰਾ ਮਨ ਨੂੰ ਬਹੁਤ ਖਿੱਚ ਪਾਉਂਦਾ ਹੈ। ਜਿੱਥੇ ਗਰਮੀਆਂ ਵਿੱਚ ਮੈਦਾਨਾਂ ਵੱਲੋਂ ਗਰਮ ਹਵਾਵਾਂ ਅਤੇ ਲੋਹੜੇ ਦੀ ਗਰਮੀ ਕਰ ਦਿੰਦੀਆਂ ਹਨ, ਉੱਥੇ ਸਰਦੀਆਂ ਨੂੰ ਬਰਫਾਨੀ ਹਵਾਵਾਂ ਕਾਰਨ ਅੰਤ ਦੀ ਸਰਦੀ ਵੀ ਹੋ ਜਾਂਦੀ ਹੈ। ਬਰਸਾਤਾਂ ਨੂੰ ਰਾਵੀ ਦਰਿਆ ਇਵੇਂ ਚੜ੍ਹ ਜਾਂਦਾ ਹੈ ਜਿਵੇਂ ਸਾਰਾ ਸ਼ਹਿਰ ਹੀ ਕਲਾਵੇ ਵਿੱਚ ਲੈ ਲੈਣਾ ਹੋਵੇ, ਅਤੇ ਬਰਸਾਤੋਂ ਬਾਅਦ ਜਿਵੇਂ ਉੱਥੇ ਦਰਿਆ ਹੋਵੇ ਹੀ ਨਾ, ਬਸ ਕੁਝ ਪੱਥਰ ਜਿਹੇ ਦਿਸਣ ਲੱਗ ਪੈਂਦੇ ਹਨ ਅਤੇ ਦਰਿਆ ਵਾਲੀ ਜਗ੍ਹਾ ਬੱਚੇ ਖੇਡਦੇ ਫਿਰਦੇ ਮਿਲ ਜਾਂਦੇ ਹਨ। ਤਵੀ ਦੇ ਰਾਵੀ ਦੇ ਆਲੇ ਦੁਆਲੇ ਮਧਰੀਆਂ ਜਿਹੀਆਂ ਪਹਾੜੀਆਂ ਹਨ। ਯਹੀ ਇੱਕ ਪਹਾੜੀ ਉੱਪਰ ਸੀ ਇੱਕ ਵੱਡੀ ਸਾਰੀ ਹਵੇਲੀ। ਇੱਕ ਪਾਸੇ ਰਾਵੀ ਦਰਿਆ ਤੇ ਦੂਜੇ ਪਾਸੇ ਜੰਮੂ ਸ਼ਹਿਰ। ਰਾਵੀ ਦੇ ਉੱਪਰੋਂ ਦੀ ਪਹਿਲਾਂ ਛੋਟੇ ਪਹਾੜ ਤੇ ਫਿਰ ਉਸ ਦੇ ਮਗਰ ਬਰਫ਼ ਦੀਆਂ ਛੱਤਾਂ ਵਾਲੇ ਉੱਚੇ ਪਹਾੜ ਇਵੇਂ ਦਿਖਦੇ ਜਿਵੇਂ ਬੱਚਿਆਂ ਪਿੱਛੇ ਉਹਨਾਂ ਦੇ ਬਜ਼ੁਰਗ ਖੜ੍ਹੇ ਹੋਣ। ਇਸ ਹਵੇਲੀ ਦੀ ਛੱਤ ਉੱਪਰ ਚੜ੍ਹਿਆਂ ਇੱਕ ਦੂਰ ਤੱਕ ਲੰਮਾ ਵਿਛਿਆ ਹੋਇਆ ਰਸਤਾ ਵੀ ਨਜ਼ਰੀ ਪੈਂਦਾ। ਇਹ ਰਸਤਾ ਸਿੱਧਾ ਲਾਹੌਰੋਂ ਆਉਂਦਾ ਸੀ। ਦੂਰੋਂ ਹੀ ਉੜਦੀ ਧੂੜ ਤੋਂ ਪਤਾ ਚੱਲ ਜਾਂਦਾ ਕਿ ਕਿੰਨੇ ਕੁ ਲੋਕ ਆ ਰਹੇ ਹਨ। ਫੌਜ ਹੈ ਜਾਂ ਸਧਾਰਨ ਕਾਫਲਾ ਪੈਦਲ ਹਨ ਜਾਂ ਘੋੜਿਆਂ ਉੱਪਰ। ਇਹ ਹਵੇਲੀ ਕਾਹਦੀ ਕਿਲ੍ਹਾ ਹੀ ਸੀ। ਉੱਚੀਆਂ ਕੰਧਾਂ ਤੇ ਵੱਡਾ ਸਾਰਾ ਇੱਕ ਦਰਵਾਜ਼ਾ, ਦੋ ਨਿੱਕੇ ਚੂਰ ਦਰਵਾਜ਼ੇ। ਹਵੇਲੀ ਦੇ ਵਿੱਚ ਹੀ ਬਾਗ ਸੀ, ਜਿਸ ਵਿੱਚ ਅਮਰੂਦ ਤੇ ਸੇਬਾਂ ਦੇ ਫਲ ਦਾ ਦਰਖਤ ਸਨ। ਹੋਰ ਵੀ ਸਰੀਂ, ਨਿੰਮ, ਟਾਹਲੀਆਂ ਤੇ ਪਿੱਪਲ ਵੀ ਸਨ। ਫੁੱਲਾਂ ਦੀਆਂ ਤਾਂ ਬੇਅੰਤ ਕਿਸਮਾਂ ਸਨ। ਪਹਾੜੀ ਉੱਪਰ ਹੋਣ ਕਰਕੇ ਹਵੇਲੀ ਨੂੰ ਆਉਣ ਵਾਲੇ ਵਿਅਕਤੀਆਂ ਦਾ ਦੂਰੋਂ ਹੀ ਪਤਾ ਚੱਲ ਜਾਂਦਾ ਸੀ। ਜੇ ਕਦੇ ਕੋਈ ਖਤਰੇ ਵਾਲੀ ਗੱਲ ਹੋਵੇ ਤਾਂ ਸਾਵਧਾਨ ਹੋਇਆ ਜਾ ਸਕਦਾ ਸੀ, ਪਰ ਕਦੇ ਵੀ ਅਜਿਹੀ ਸਥਿਤੀ ਪੈਦਾ ਨਹੀਂ ਸੀ ਹੋਈ। ਇਸ ਹਵੇਲੀ ਨੂੰ ਜੰਮੂ ਸ਼ਹਿਰ ਵਿੱਚ ਬਹੁਤ ਇੱਜ਼ਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ। ਇਹ ਡੋਗਰਿਆਂ ਦੀ ਹਵੇਲੀ ਸੀ, ਛੋਟੇ ਭਰਾ ਸੁਚੇਤ ਸਿੰਘ ਦੇ ਹਿੱਸੇ ਵਿੱਚ ਆਈ ਹੋਈ। ਲਾਹੌਰ ਤੋਂ ਚੱਲ ਕੇ ਰਾਣੀ ਜਿੰਦਾ ਤੇ ਸ਼ਹਿਜ਼ਾਦਾ ਦਲੀਪ ਸਿੰਘ ਇੱਥੇ ਆ ਕੇ ਹੀ ਠਹਿਰੇ ਸਨ। ਹਵੇਲੀ ਵਿੱਚ ਨੌਕਰ ਚਾਕਰ ਤਾਂ ਪਹਿਲਾਂ ਵੀ ਸਨ ਹੀ, ਪਰ ਰਾਣੀ ਜਿੰਦਾ ਦੀਆਂ ਆਪਣੀਆਂ ਗੋਲੀਆਂ ਤੇ ਨੌਕਰ ਵੀ ਨਾਲ ਆਏ ਸਨ। ਹਵੇਲੀ ਵਿੱਚ ਹਰ ਵੇਲੇ ਰੌਣਕਾਂ ਲੱਗੀਆਂ ਰਹਿੰਦੀਆਂ ਸਨ। ਸਰਕਾਰ ਦੀ ਮੌਤ ਤੋਂ ਬਾਅਦ ਜਲਦੀ ਹੀ ਰਾਣੀ ਜਿੰਦਾ ਇੱਥੇ ਆ ਗਈ ਸੀ। ਉਸ ਵਕਤ ਹਾਲੇ ਸ਼ਹਿਜ਼ਾਦੇ ਨੇ ਤੁਰਨਾ ਵੀ ਨਹੀਂ ਸਿੱਖਿਆ। ਦਲੀਪ ਨੇ ਪਹਿਲਾ ਕਦਮ ਇਸ ਹਵੇਲੀ ਵਿੱਚ ਆ ਕੇ ਹੀ ਪੁੱਟਿਆ ਸੀ। ਜਿਸ ਦਿਨ ਪਹਿਲਾ ਕਦਮ ਪੁੱਟਿਆ ਤਾਂ ਮੋਤੀਆ ਭੱਜਦੀ ਹੋਈ ਰਾਣੀ ਕੋਲ ਦੱਸਣ ਆਈ ਸੀ। ਰਾਣੀ ਜੀਓ ਆ ਕੇ ਦੇਖੋ, ਦੁੱਲਾ ਜੀ ਨੇ ਪਹਿਲਾ ਪੈਰ ਪੁੱਟ ਲਿਆ। ਰਾਣੀ ਵੀ ਦੌੜਦੀ ਹੋਈ ਗਈ ਸੀ ਤੇ ਸਾਰੀਆਂ ਗੋਲੀਆਂ ਨੂੰ ਦਲੀਪ ਸਿੰਘ ਦੇ ਸਿਰ ਉੱਪਰ ਦੀ ਵਾਰ ਕੇ ਮੋਹਰਾਂ ਦਿੱਤੀਆਂ ਗਈਆਂ ਸਨ। ਉਸੇ ਦਿਨ ਹੀ ਰਾਜਾ ਸੁਚੇਤ ਸਿੰਘ ਵੱਲੋਂ ਲਿਆਂਦਾ ਗਿਆ ਰੰਗਲਾ ਗੰਢੀਰਾ ਦਲੀਪ ਨੂੰ ਫੜਾ ਦਿੱਤਾ ਗਿਆ ਸੀ। ਮੰਗਲਾ ਕਹਿੰਦੀ ਰਹਿ ਗਈ ਸੀ ਕਿ ਹਾਲੇ ਦੁੱਲਾ ਜੀ ਨੂੰ ਚੰਗੀ ਤਰ੍ਹਾਂ ਖੜਨਾ ਸਿੱਖ ਲੈਣ ਦਿਓ, ਫਿਰ ਗੰਢੀਰੇ ਨਾਲ ਤੁਰਨਾ ਸਿਖਾਵਾਂਗੇ। ਪਰ ਰਾਣੀ ਤਾਂ ਜਿਵੇਂ ਚਾਹੁੰਦੀ ਸੀ ਕਿ ਉਹ ਅੱਜ ਹੀ ਤੁਰਨ ਲੱਗ ਪਵੇ ਤੇ ਕੱਲ੍ਹ ਨੂੰ ਦੌੜਨ ਲੱਗ ਪਵੇ ਤੇ ਪਰਸੋਂ ਉਹ ਲਾਹੌਰ ਵੱਲ ਨੂੰ ਤੁਰ ਪੈਣ। ਇਸ ਹਵੇਲੀ ਵਿੱਚ ਰਾਣੀ ਲਾਹੌਰ ਨਾਲੋਂ ਕਿਤੇ ਵੱਧ ਸੁਰੱਖਿਅਤ ਸੀ। ਉਸ ਦਾ ਦਿਲ ਲਾਉਣ ਲਈ ਸਭ ਕੁਝ ਸੀ, ਪਰ ਫਿਰ ਵੀ ਉਸ ਦਾ ਦਿਲ ਨਹੀਂ ਸੀ ਲੱਗ ਰਿਹਾ। ਜਦ ਵੀ ਵਿਹਲ ਮਿਲਦੀ ਉਹ ਛੱਤ 'ਤੇ ਜਾ ਚੜ੍ਹਦੀ
ਤੇ ਲਾਹੌਰੋਂ ਆਉਂਦੇ ਰਾਹ ਵੱਲ ਵੇਖਣ ਲੱਗ ਪੈਂਦੀ। ਉਸ ਨੂੰ ਲਾਹੌਰ ਦੀ ਖਬਰ ਵੱਲ ਬਹੁਤ ਧਿਆਨ ਰਹਿੰਦਾ। ਲਾਹੌਰ ਬੈਠਾ ਸੁਚੇਤ ਸਿੰਘ ਆਪਣਾ ਕੋਈ ਨਾ ਕੋਈ ਏਲਚੀ ਜੰਮੂ ਨੂੰ ਭੇਜਦਾ ਰਹਿੰਦਾ ਸੀ, ਜਿਸ ਹੱਥ ਸ਼ਹਿਜ਼ਾਦੇ ਲਈ ਤੇ ਰਾਣੀ ਜਿੰਦਾ ਲਈ ਤੋਹਫੇ ਹੁੰਦੇ। ਲਾਹੌਰ ਦੀ ਕੋਈ ਨਾ ਕੋਈ ਛੋਟੀ ਮੋਟੀ ਖਬਰ ਵੀ ਹੁੰਦੀ। ਇਸ ਸਭ ਦੇ ਬਾਵਜੂਦ ਇੱਕ ਬੇਚੈਨੀ ਜਿਹੀ ਰਾਣੀ ਜਿੰਦਾ ਦੇ ਮਨ ਨੂੰ ਘੇਰੀ ਰੱਖਦੀ, ਪਰ ਆਪਣੀ ਬੇਚੈਨੀ ਕਿਸੇ ਨੂੰ ਮਹਿਸੂਸ ਨਾ ਹੋਣ ਦਿੰਦੀ ਤੇ ਹਰ ਵੇਲੇ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੀ। ਜੰਮੂ ਵਿੱਚ ਰਾਣੀ ਜਿੰਦਾ ਦੀ ਹਾਜ਼ਰੀ ਬਹੁਤ ਅਹਿਮ ਸੀ। ਸ਼ਹਿਰ ਦੇ ਲੋਕਾਂ ਵਿੱਚ ਤੇ ਵਪਾਰੀਆਂ ਵਿੱਚ ਇੱਕ ਵੱਖਰੀ ਕਿਸਮ ਦਾ ਉਤਸ਼ਾਹ ਸੀ। ਵਪਾਰੀ ਲੋਕ ਆਪਣਾ ਮਾਲ ਵੇਚਣ ਲਈ ਹਵੇਲੀ ਤੱਕ ਪਹੁੰਚ ਕਰਦੇ, ਕੱਪੜਿਆਂ ਵਾਲੇ ਅਲੱਗ ਤੋਂ ਗਹਿਣਿਆਂ ਗੱਟੇ ਵਾਲੇ ਅਲੱਗ। ਰਾਣੀ ਅੱਗੇ ਪੇਸ਼ ਹੋ ਕੇ ਕੋਈ ਵਪਾਰੀ ਆਪਣੇ ਚੌੜੇ ਬਰ ਵਾਲੇ ਰੇਸ਼ਮ ਦੀ ਤਾਰੀਫ ਕਰਦਾ ਤੇ ਕੋਈ ਆਪਣੇ ਗਹਿਣਿਆਂ ਉੱਪਰਲੀ ਮੀਨਾਕਾਰੀ ਦੀ। ਕਈ ਵਾਰ ਉੱਪਰੋਂ ਪਹਾੜਾਂ ਵਿੱਚੋਂ ਵੀ ਕਸ਼ਮੀਰੀ ਸ਼ਾਲ ਆਦਿ ਵੇਚਣ ਵਾਲੇ ਹਵੇਲੀ ਵਿੱਚ ਆ ਜਾਂਦੇ। ਰਾਣੀ ਜਿੰਦਾ ਪਜਾਮੇ ਨਾਲ ਲੱਕ ਤੱਕ ਕੁੜਤੀ ਪਹਿਨਦੀ ਤੇ ਉੱਪਰ ਛਾਤੀਆਂ ਕੱਜ ਦੀ ਚੋਲੀ। ਕਈ ਵਾਰ ਉਹ ਗੋਡਿਆਂ ਤੱਕ ਖੁੱਲ੍ਹਾ ਕੁੜਤਾ ਵੀ ਪਹਿਨਦੀ। ਕੱਪੜਿਆਂ ਹੇਠ ਉਸਨੇ ਬਨੈਣ ਐਵੇਂ ਪਾਈ ਹੁੰਦੀ ਜਿਵੇਂ ਜੁੱਸਾ ਭਰਮਾਂ ਲੱਗੇ। ਜੰਮੂ ਸ਼ਹਿਰ ਵਿੱਚ ਉਸ ਨੂੰ ਭਰਵੇਂ ਜੁੱਸੇ ਵਾਲੀ ਰਾਣੀ ਵੀ ਕਿਹਾ ਜਾਣ ਲੱਗਿਆ ਸੀ। ਕਈ ਵਾਰ ਉਹ ਪਜਾਮੀ ਪਾ ਕੇ ਉੱਪਰ ਦੀ ਘੱਗਰਾ ਵੀ ਪਹਿਨ ਲੈਂਦੀ। ਡੋਗਰਿਆਂ ਦੀਆਂ ਰਾਣੀਆਂ ਆਮ ਤੌਰ 'ਤੇ ਸਾੜੀ ਪਹਿਨਦੀਆਂ। ਜੰਮੂ ਦੀਆਂ ਜਵਾਨ ਕੁੜੀਆਂ ਕਈ ਵਾਰ ਰਾਣੀ ਜਿੰਦਾ ਦੀ ਨਕਲ ਕਰਦੀਆਂ, ਪੰਜਾਬੀ ਕੱਪੜੇ ਪਹਿਨਣ ਲੱਗਦੀਆਂ। ਗਹਿਣਿਆਂ ਦਾ ਸ਼ੌਂਕ ਡੋਗਰਿਆਂ ਵਿੱਚ ਵੀ ਬਹੁਤ ਸੀ। ਡੋਗਰਾ ਪਰਿਵਾਰ ਦੀਆਂ ਔਰਤਾਂ ਜਦ ਵੀ ਰਾਣੀ ਜਿੰਦਾ ਨੂੰ ਮਿਲਣ ਆਉਂਦੀਆਂ ਤਾਂ ਬਹੁਤੀਆਂ ਗੱਲਾਂ ਕੱਪੜਿਆਂ ਤੇ ਗਹਿਣਿਆਂ ਬਾਰੇ ਹੀ ਹੁੰਦੀਆਂ। ਰਾਣੀ ਜਿੰਦਾ ਆਮ ਤੌਰ 'ਤੇ ਪੰਜਾਬੀ ਲਹਿਜੇ ਦੇ ਗਹਿਣੇ ਹੀ ਪਹਿਨਦੀ। ਸਿਰ ਦੇ ਵਾਲ ਗੁੰਦ ਕੇ ਚੀਰ ਕੱਢਦੀ ਤੇ ਚੀਰ ਵਿੱਚ ਲੜੀਵਾਰ ਕਈ ਕਿਸਮ ਦੇ ਗਹਿਣੇ ਪਾਏ ਹੁੰਦੇ। ਮੱਥੇ ਦੇ ਇੱਕ ਪਾਸੇ ਚਾਂਦੀ ਦੀ ਚੈਨ ਨਾਲ ਕੰਨਪੱਟੀ ਤੱਕ ਲਟਕਦੀਆਂ ਨਿੱਕੀਆਂ ਨਿੱਕੀਆਂ ਟੱਲੀਆਂ ਹੁੰਦੀਆਂ। ਉਹ ਚਾਂਦੀ ਜਾਂ ਸੋਨੇ ਦੇ ਝੁਮਕਿਆਂ ਨਾਲ 3 ਕੁ ਉਂਗਲ ਦਾ ਠੋਡੂ ਨਾਂ ਦਾ ਗਹਿਣਾ ਵੀ ਪਹਿਨਦੀ। ਵੱਖਰੇ ਵੱਖਰੇ ਮੌਕੇ ਦੇ ਅਨੁਸਾਰ ਉਹ ਭਿੰਨ ਗਹਿਣੇ ਪਹਿਨਣ ਦਾ ਸ਼ੌਂਕ ਰੱਖਦੀ ਸੀ। ਹਸੀ ਨਾਂ ਦਾ ਹਾਰ ਤਾਂ ਉਸਦੇ ਗਲ ਵਿੱਚ ਹਰ ਵੇਲੇ ਹੀ ਹੁੰਦਾ। ਉਸ ਕੋਲ 50 ਤੋਲੇ ਤੱਕ ਦੇ ਹਸੀ ਹਾਰ ਸਨ। ਉਸਦੇ ਗਹਿਣਿਆਂ ਵਿੱਚ ਸੋਨੇ ਚਾਂਦੀ ਦੀ ਜੜਾਊ ਜੁਗਨੀ ਅਤੇ ਹਾਫਜੀ, ਹੀਰਿਆਂ ਮੋਤੀਆਂ ਦੀਆਂ ਮਾਲਾਵਾਂ, ਚੰਨਾ ਕਲੀ, ਨਗੀਨਿਆਂ ਦੀ ਜੜੀ ਸੁਨਹਿਰੀ ਤੁਖਤੁਖੀ, ਖੱਬੇ ਸੱਜੇ ਸੋਨਾ ਚਾਂਦੀ ਵਾਲਾ ਹੁੰਕਲ, ਸੋਨੇ ਚਾਂਦੀ ਦੇ ਬਟਨ, ਮੱਥੇ ਲਈ ਟਿੱਕੇ ਤੇ ਪੈਰਾਂ ਲਈ ਸੋਨੇ ਚਾਂਦੀ ਦੀਆਂ ਝਾਂਜਰਾਂ, ਪੈਰਾਂ ਦੀਆਂ ਉਂਗਲੀਆਂ ਲਈ ਕਸ਼ਮੀਰੀ ਮੀਨਾਕਾਰੀ ਵਾਲੇ ਛੱਲੇ, ਬਾਜੂਬੰਦ, ਬੀਰਬਲੀਆਂ, ਕਮਰੀਆ, ਗੋਖੜੂ, ਮੋਤੀਆਂ ਜੜਿਆ ਪਰਾਂਦਾ ਆਦਿ ਵਰਗੇ ਗਹਿਣਿਆਂ ਦਾ ਇੱਕ ਵੱਡਾ ਭੰਡਾਰ ਸੀ। ਮੋਤੀਆ ਰਾਣੀ ਜਿੰਦਾ ਦੀ ਕੱਪੜਿਆਂ ਤੇ ਗਹਿਣਿਆਂ ਦੀ ਚੋਣ ਵਿੱਚ ਮਦਦ ਕਰਦੀ। ਜੰਮੂ ਸ਼ਹਿਰ ਦੇ ਕਈ ਰੇਸ਼ਾਂ ਵਿੱਚ ਰਾਣੀ ਜਿੰਦਾ ਦੀਆਂ ਦੰਤ ਕਥਾਵਾਂ ਤੁਰਦੀਆਂ। ਉਹ ਕਈ ਵਾਰ ਬਾਗੇ ਬਹੂ ਦੀ ਸੈਰ ਕਰਨ ਨਿਕਲਦੀ ਤੇ ਕਦੇ ਜੰਮੂ ਸ਼ਹਿਰ ਦੀ ਵੀ। ਉਸ ਦੀਆਂ ਗੋਲੀਆਂ ਬੰਦੀਆਂ ਉਸਦੇ ਨਾਲ ਹੁੰਦੀਆਂ। ਕਈ ਵਾਰ ਡੋਗਰੇ ਜਾਂ ਹੋਰ ਅਮੀਰਜ਼ਾਦਿਆਂ ਦੀਆਂ ਔਰਤਾਂ ਵੀ ਲੋਕ ਰਾਣੀ ਜਿੰਦਾ ਨੂੰ ਅੱਡੀਆਂ ਚੁੱਕ ਕੇ ਦੇਖਦੇ। ਅਜਿਹੇ ਮੌਕੇ 'ਤੇ ਸ਼ਹਿਰ ਵਿੱਚ ਹਾਜ਼ਰ ਦੇਸੀ ਵਿਦੇਸ਼ੀ ਕਲਾਕਾਰ ਉਸਦੀਆਂ ਤਸਵੀਰਾਂ ਵੀ ਬਣਾਉਂਦੇ। ਕਈ ਵਿਦੇਸ਼ੀ ਵੀ ਰਾਣੀ ਜਿੰਦਾ ਨੂੰ ਦੇਖਣ ਲਈ ਉਤਾਵਲੇ ਰਹਿੰਦੇ। ਰਾਜਾ ਸੁਚੇਤ ਸਿੰਘ ਵੀ ਰਾਣੀ ਜਿੰਦਾ ਨੂੰ ਮਿਲਣ ਆਇਆ ਹੀ ਰਹਿੰਦਾ। ਜਦੋਂ ਉਹ ਆਉਂਦਾ ਤਾਂ ਹਵੇਲੀ ਨੂੰ ਦੁਲਹਨ ਦੀ ਤਰ੍ਹਾਂ ਸਜਾ ਦਿੱਤਾ ਜਾਂਦਾ, ਖਾਸ ਰੌਸ਼ਨੀਆਂ ਦਾ ਇੰਤਜ਼ਾਮ ਕੀਤਾ ਜਾਂਦਾ। ਰਾਣੀ ਜਿੰਦਾ ਨੂੰ ਵੀ ਉਸਦੇ ਆਏ 'ਤੇ ਚਾਅ ਚੜ੍ਹ ਜਾਂਦਾ। ਉਹ ਵੀ ਪੂਰੀ ਤਰ੍ਹਾਂ ਤਿਆਰ ਹੋ ਕੇ ਰਹਿੰਦੀ। ਰਾਜਾ ਸੁਚੇਤ ਸਿੰਘ ਗੋਰੇ ਰੰਗ ਦਾ ਦਰਸ਼ਨੀ ਜਵਾਨ ਸੀ। ਉਹ ਸਫੈਦ ਰੰਗ ਦਾ ਰੇਸ਼ਮੀ ਕੁੜਤਾ ਪਜਾਮਾ ਪਹਿਨਦਾ
ਚੂੜੀਦਾਰ ਪਜਾਮਾ ਤੇ ਖੁੱਲ੍ਹਾ ਜਿਹਾ ਕੁਰਤਾ ਉਸ ਨੂੰ ਬਹੁਤ ਹੀ ਫੱਬਦੇ। ਉਹ ਦਾੜੀ ਚਾੜ੍ਹ ਕੇ ਤੇ ਮੁੱਛਾਂ ਕੁੰਡੀਆਂ ਰੱਖਦਾ ਤੇ ਮੁੱਛਾਂ ਕੁੰਡੀਆਂ। ਸਿਰ ਉੱਪਰ ਛੋਟੀ ਜਿਹੀ ਬੂਟੀਆਂ ਵਾਲੀ ਪੱਗ ਹੁੰਦੀ। ਸਿਪਾਹੀ ਹੋਣ ਕਰਕੇ ਤਲਵਾਰ ਤਾਂ ਹਰ ਵੇਲੇ ਹੀ ਲਟਕਦੀ ਹੁੰਦੀ ਤੇ ਇੱਕ ਅੰਗਰੇਜ਼ੀ ਪਿਸਤੌਲ ਵੀ। ਬਹੁਤੀ ਵਾਰ ਉਹ ਆਪਣੀ ਵਰਦੀ ਵਿੱਚ ਹੀ ਹੁੰਦਾ। ਵਰਦੀ ਵਿੱਚ ਵੀ ਉਹ ਇੰਨਾ ਫੱਬਦਾ ਕਿ ਦੇਖਦਿਆਂ ਹੀ ਆਮ ਦੁਸ਼ਮਣ ਦਾ ਤਰਾਹ ਨਿਕਲ ਜਾਵੇ। ਉਸ ਦਿਨ ਰਾਜਾ ਸੁਚੇਤ ਸਿੰਘ ਕੁਝ ਦੇਰ ਨਾਲ ਹੀ ਹਵੇਲੀ ਪੁੱਜਿਆ। ਹਨੇਰਾ ਹੋਣ ਲੱਗਿਆ ਸੀ। ਉਸਦੇ ਆਉਣ ਦਾ ਸੁਨੇਹਾ ਆ ਗਿਆ ਹੋਣ ਕਰਕੇ ਸਾਰੇ ਹੀ ਉਸਦੀ ਉਡੀਕ ਕਰ ਰਹੇ ਸਨ, ਖਾਸ ਤੌਰ 'ਤੇ ਰਾਣੀ ਜਿੰਦਾ। ਉਹ ਤਾਂ ਪੂਰੀ ਸ਼ਾਮ ਹਵੇਲੀ ਦੀ ਛੱਤ ਉੱਪਰ ਚੜ੍ਹ ਕੇ ਲਾਹੌਰੋਂ ਆਉਂਦੇ ਰਾਹ ਵੱਲ ਦੇਖਦੀ ਰਹੀ ਸੀ। ਰਾਣੀ ਜਿੰਦਾ ਨੂੰ ਚੇਤ ਸਿੰਘ ਬਾਜਵੇ ਦੇ ਮਾਰੇ ਜਾਣ ਦੀ ਖਬਰ ਮਿਲ ਚੁੱਕੀ ਸੀ। ਉਹ ਇਸ ਘਟਨਾ ਬਾਰੇ ਹੋਰ ਜਾਣਨਾ ਚਾਹੁੰਦੀ ਸੀ। ਪੰਜਾਬ ਦੇ ਤਖਤ ਵਿੱਚ ਹੁਣ ਉਸ ਦੀ ਦਿਲਚਸਪੀ ਦਿਨੋਂ ਦਿਨ ਵੱਧਦੀ ਜਾ ਰਹੀ ਸੀ। ਰਾਣੀ ਨੇ ਨੌਕਰਾਂ ਨੂੰ ਕਹਿ ਕੇ ਹਵੇਲੀ ਦੀ ਛੱਤ ਉੱਪਰ ਕੁਰਸੀਆਂ ਲਗਵਾ ਦਿੱਤੀਆਂ ਹੋਈਆਂ ਸਨ। ਇੱਥੇ ਰਾਣੀ ਆਪ ਵੀ ਕਈ ਵਾਰ ਆ ਕੇ ਬੈਠਦੀ ਸੀ। ਹਵੇਲੀ ਤੋਂ ਪਹਾੜੀ ਦੇ ਪੈਰਾਂ ਵਿੱਚ ਤਵੀ ਵਗਦੀ ਸੀ, ਜਿਸ ਵਿੱਚ ਪਾਣੀ ਬਹੁਤ ਘੱਟ ਹੁੰਦਾ ਸੀ। ਤਵੀ ਦੇ ਪਾਰ ਉੱਚੇ ਉੱਚੇ ਪਹਾੜ ਸਨ। ਪਹਾੜਾਂ ਦੀਆਂ ਸਫੈਦ ਚੋਟੀਆਂ ਲੂ ਜਿਹੀ ਕਰਨ ਲੱਗਦੀਆਂ। ਰਾਜਾ ਸੁਚੇਤ ਸਿੰਘ ਆਇਆ ਤਾਂ ਰਾਣੀ ਜਿੰਦਾ ਨੇ ਸਿੱਧੇ ਹੀ ਸਵਾਲ ਕਰ ਦਿੱਤਾ, ਰਾਜਾ ਜੀ, ਸ਼ਾਹੀ ਕਿਲੇ ਵਿੱਚ ਇਹ ਕਤਲ ਕਿਵੇਂ ਹੋ ਗਿਆ? ਮਾਈ ਜੀ, ਇਹ ਕਤਲ ਨਹੀਂ ਸੀ, ਇਹ ਦੋਸ਼ੀ ਨੂੰ ਦਿੱਤੀ ਗਈ ਸਜ਼ਾ ਸੀ। ਚੇਤ ਸਿੰਘ ਬਾਜਵਾ ਨਾਂ ਦਾ ਬੰਦਾ ਸਾਡੇ ਨਵੇਂ ਮਹਾਰਾਜ ਦੇ ਜ਼ਹਿਨ ਉੱਪਰ ਕਬਜ਼ਾ ਕਰਕੇ ਪੂਰਾ ਰਾਜ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਆਪਣਾ ਘਰ ਭਰ ਰਿਹਾ ਸੀ। ਪਰ ਕਿਵੇਂ ਵਾਪਰੀ ਇਹ ਘਟਨਾ? ਕੰਵਰ ਨੌਨਿਹਾਲ ਸਿੰਘ ਮਹਾਰਾਜੇ ਨਾਲ ਖੁਸ਼ ਨਹੀਂ ਸੀ। ਉਹ ਗੱਦੀ ਉੱਪਰ ਆਪਣੀ ਜਾਨਸ਼ੀਨੀ ਦੀ ਮੋਹਰ ਲਗਾਉਣੀ ਚਾਹੁੰਦਾ ਸੀ। ਆਮ ਸਰਦਾਰਾਂ ਤੋਂ ਆਪਣੀ ਇਸ ਗੱਲ ਉੱਪਰ ਸਹੀ ਵੀ ਪਵਾਉਣੀ ਚਾਹੁੰਦਾ ਸੀ, ਪਰ ਮਹਾਰਾਜਾ ਉਸ ਨੂੰ ਲਾਗੇ ਨਹੀਂ ਸੀ ਲੱਗਣ ਦੇ ਰਹੇ। ਬਲਕਿ ਇੱਕ ਮੌਕਾ ਤਾਂ ਅਜਿਹਾ ਵੀ ਆਇਆ ਕਿ ਕੰਵਰ ਦੀ ਜ਼ਿੰਦਗੀ ਨੂੰ ਵੀ ਖਤਰਾ ਜਾਪ ਰਿਹਾ ਸੀ। ਚੇਤ ਸਿੰਘ ਬਾਜਵਾ ਹਰ ਇੱਕ ਨੂੰ ਆਪਣੇ ਥੱਲੇ ਲਾ ਕੇ ਰੱਖਣਾ ਚਾਹੁੰਦਾ ਸੀ। ਮਿਸਰ ਬੇਲੀ ਰਾਮ ਉਸਦਾ ਮਹੱਤਵ ਸੀ, ਜੋ ਆਪਣੇ ਭਰਾਵਾਂ ਨੂੰ ਲੈ ਕੇ ਉਸਦੀ ਮਦਦ ਕਰ ਰਿਹਾ ਸੀ। ਤੇ ਨਤੀਜਾ ਇਹ ਹੋਇਆ ਕਿ ਇੱਕ ਰਾਤ ਕੰਵਰ ਆਪਣੇ ਬੰਦੇ ਲੈ ਕੇ ਕਿਲੇ ਵਿੱਚ ਜਾ ਵੜਿਆ। ਚੇਤ ਸਿੰਘ ਨੂੰ ਸਮਝਾਇਆ, ਪਰ ਉਹ ਨਹੀਂ ਸਮਝਿਆ ਤੇ ਅੰਤ ਇਹ ਹੋ ਗਿਆ ਜੋ ਤੁਸੀਂ ਸੁਣਿਆ। ਰਾਜਾ ਸੁਚੇਤ ਸਿੰਘ ਨੇ ਆਪਣੇ ਜਾਂ ਆਪਣੇ ਭਰਾਵਾਂ ਦੇ ਨਾਲ ਹੋਣ ਵਾਲੀ ਗੱਲ ਛੇੜੀ ਹੀ ਨਾ, ਪਰ ਰਾਣੀ ਜਿੰਦਾ ਕੋਲ ਜਿਹੜੀ ਖਬਰ ਪੁੱਜੀ ਸੀ ਉਸ ਵਿੱਚ ਇਹ ਸੀ ਕਿ ਸਾਰੇ ਹੀ ਸਿੱਖ ਸਰਦਾਰ ਤੇ ਡੋਗਰੇ ਇਸ ਕਤਲ ਵਿੱਚ ਸ਼ਾਮਲ ਸਨ। ਸੁਚੇਤ ਸਿੰਘ ਨੇ ਕਿਹਾ, ਮਾਈ ਜੀ, ਤੁਸੀਂ ਇਸ ਬਾਰੇ ਫਿਕਰ ਕਿਉਂ ਕਰਦੇ ਹੋ? ਰਾਜਾ ਜੀ, ਸਾਨੂੰ ਕੋਈ ਫਿਕਰ ਨਹੀਂ ਤੁਹਾਡੇ ਹੁੰਦਿਆਂ। ਅਸੀਂ ਤਾਂ ਇਸ ਵਾਕਿਏ ਤੋਂ ਬਾਅਦ ਦੇ ਹਾਲਾਤ ਬਾਰੇ ਸੋਚ ਰਹੇ ਹਾਂ ਕਿ ਕਿਵੇਂ ਨੇ। ਹੁਣ ਵੀ ਹਾਲਾਤ ਅਜਿਹੇ ਹੀ ਨੇ। ਚੇਤ ਸਿੰਘ ਬਾਜਵਾ ਦੀ ਜਾਇਦਾਦ 60-70 ਲੱਖ ਦੀ ਹੋਵੇਗੀ, ਜ਼ਬਤ ਕਰ ਲਈ ਗਈ ਹੈ। ਇਵੇਂ ਹੀ ਮਿਸਰ ਬੇਲੀ ਰਾਮ ਦੀ ਵੀ। ਚੇਤ ਸਿੰਘ ਦਾ ਸੰਸਕਾਰ ਸਰਕਾਰੀ ਸਨਮਾਨ ਨਾਲ ਕੀਤਾ ਗਿਆ। ਮਾਈ ਜੀ, ਤੁਸੀਂ ਉਸ ਨੂੰ ਜਾਣਦੇ ਸੀ? ਨਹੀਂ। ਫਿਰ ਕਿਉਂ ਪੁੱਛ ਰਹੇ ਹੋ? ਅਸੀਂ ਉਹਦੀਆਂ ਵਿਧਵਾਵਾਂ ਬਾਰੇ ਜਾਣਨਾ ਚਾਹੁੰਦੇ ਵਾਂ। ਹਰ ਵਾਰ ਇੱਕ ਬੰਦੇ ਨਾਲ ਹੋਰ ਬੇਗੁਨਾਹਾਂ ਨੂੰ ਛੱਤੀ ਹੋਣਾ ਪੈਂਦਾ ਹੈ। ਹਾਂ ਮਾਈ ਜੀ, ਉਸ ਦੀਆਂ 2 ਜਵਾਨ ਵਿਧਵਾਵਾਂ ਛੱਤੀ ਹੋਈਆਂ ਨੇ, ਪਰ ਕੀ ਕਰ ਸਕਦੇ ਹੋ? ਇਹ ਰਸਮ ਸਦੀਆਂ ਪੁਰਾਣੀ ਹੈ।